ਜੇ ਉਦੋਂ ਡੇਂਗੂ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਹੋਰ ਮਾਮਲੇ ਜਦੋਂ ਫਾਈਨ ਲੱਗਦਾ ਹੈ, ਸਿਰਫ 20,000 ਰੁਪਏ ਫਾਈਨ ਲੱਗਿਆ ਸੀ ਮੈਨੂੰ ਲੱਗਦਾ, ਔਰ ਉਸ ਫਾਈਨ ਤੋਂ ਹੀ ਘਬਰਾ ਕੇ ਇੱਕ ਜੱਜ ਨੂੰ ਰਿਟਾਇਰ ਕਰਵਾ ਦਿੰਦੇ ਨੇ ਜਾਂ ਉਹਨਾਂ ਦੀ ਅਹੁਦੇ ਤੋਂ ਹਟਾ ਦਿੰਦੇ ਨੇ। ਤੇ ਅੱਜ ਕਿਸ ਹਿਸਾਬ ਨਾਲ ਕਹਿ ਰਹੇ ਨੇ ਕਿ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰ। ਦੇਖੋ ਜੀ, ਸਿੱਧੂ ਸਾਹਿਬ ਵੀ ਟਪੂਸੀਆਂ ਮਾਰ ਰਹੇ ਨੇ ਵੋਟਾਂ ਲੈਣ ਲਈ। ਉਹ ਆਪਣੀ ਪਾਰਟੀ ਦੀ ਨਹੀਂ ਪਰਵਾਹ ਕਰ ਰਹੇ ਹੈਗੇ। ਕਦੀ ਤਾਂ ਚੰਨੀ ਜੀ ਨਾਲ ਫੋਟੋਆਂ ਖਿਚਾਉਂਦੇ ਆ ਤੇ ਕਦੀ ਚੰਨੀ ਜੀ ਦੀ ਠਾਹ ਵਜਾਉਂਦੇ ਪਏ ਆ। ਬਾਕੀ ਤੁਸੀਂ ਇਹਨਾਂ ਲੀਡਰਾਂ ਤੇ ਕਿੱਦਾਂ ਵਿਸ਼ਵਾਸ ਕਰੋਗੇ? ਪੈਸੇ ਦੀ ਗੇਮ ਨਾਲ ਖੇਲਦੇ ਨੇ, ਕੁਰਸੀਆਂ ਲੈਣੀਆਂ, ਪੈਸਾ ਇਕੱਠਾ ਕਰਨਾ। ਜਨਤਾ ਨਾਲ ਇਹਨਾਂ ਦਾ ਕੋਈ ਪਿਆਰ ਨਹੀਂ, ਜਨਤਾ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਬੜੀ ਵੱਡੀ ਗੱਲ ਸੀਗੀ ਇੱਕ ਅਸੀਂ ਦੇਖਦੇ ਹਾਂ ਨਿਊਜ਼ ਚੱਲਦੀ ਹੈ ਕਿ ਕਿਸੇ ਕੁੱਤੇ ਦੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਕੁੱਤਾ ਕਾਰ ਦੇ ਹੇਠਾਂ ਆ ਗਿਆ, ਤਾਂ ਨੈਸ਼ਨਲ ਮੀਡੀਆ ਤੇ ਉਹ ਖਬਰ ਇਸ ਤਰੀਕੇ ਨਾਲ ਪ੍ਰਸਾਰਿਤ ਕੀਤੀ ਗਈ ਕਿ ਉਹ 10 ਦਿਨ ਉਹ ਖਬਰ ਛੱਡੀ ਨਹੀਂ ਨੈਸ਼ਨਲ ਮੀਡੀਆ ਨੇ। ਇੱਥੇ ਹਾਲਾਤ ਇਹ ਸੀ ਕਿ ਕਿਸਾਨ ਦਰੜ ਕੇ ਮਾਰ ਦਿੱਤੇ ਗਏ ਜਾਣਬੁੱਝ ਕੇ। ਨੈਸ਼ਨਲ ਮੀਡੀਆ ਨੂੰ ਕਿੱਦਾਂ ਦੇਖਦੇ ਹੋ ਇਸ ਸਾਰੇ ਵਰਤਾਰੇ ਦੇ ਵਿੱਚ? ਕਾਰਨ ਕੀ ਹੈ? ਇੱਕ ਤੁਹਾਡੇ ਕੋਲ ਲਾਈਵ ਐਗਜ਼ਾਮਪਲ ਹੈ ਕਿ ਜਿਹੜਾ ਲਖੀਮਪੁਰ ਵਾਲਾ ਇਨਸੀਡੈਂਟ ਹੈ, ਉਹ ਇਨਸੀਡੈਂਟ ਨਹੀਂ, ਉੱਥੇ ਕਿਸਾਨਾਂ ਨਾਲ ਖੂਨ ਦੀ ਹੋਲੀ ਸ਼ਰੇਆਮ ਖੇਲੀ ਗਈ ਹੈ। ਉਹਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਨੂੰ ਲਹੂ ਲਹੂਣ ਕਰਕੇ ਮੌਤ ਦੇ ਮੂੰਹ 'ਚ ਪਹੁੰਚਾਇਆ ਗਿਆ ਹੈ। ਰਾਣਾ ਗੁਰਜੀਤ ਸਿੰਘ ਹੋਣਾ ਦੀ ਇੱਕ ਫੈਕਟਰੀ ਲੱਗੀ ਹੋਈ ਹੈ ਬਾਬਾ ਬਕਾਲੇ ਏਰੀਏ ਦੇ ਵਿੱਚ। ਉੱਥੇ 10 ਪਿੰਡ ਨੇ ਟੋਟਲ ਜਿਹਦਾ ਪਾਣੀ ਗੰਦਲਾ ਹੋ ਗਿਆ, ਤਾਂ ਫੈਕਟਰੀ ਦੇ ਕੋਲੋਂ ਪਾਣੀ ਜਿਹੜਾ ਕਿਸਾਨ ਖੇਚੋਂ ਕੱਢਦੇ ਨੇ ਉਹ ਪੀਲੇ ਰੰਗ ਦਾ ਆਉਂਦਾ ਹੈ। ਉਹਨਾਂ ਨੇ ਤਾਂ ਪੋਲੀਟੀਸ਼ੀਅਨ ਦਾ ਚਿੱਟਾ ਕੁੜਤਾ ਪਜਾਮਾ ਸਿਰਫ ਆਪਣੇ ਬਿਜ਼ਨਸ ਨੂੰ ਚਲਾਉਣ ਲਈ ਪਾਇਆ ਹੈ। ਲੋਕਾਂ ਨੂੰ ਇਹ ਚਾਂਸੇ ਦੇ ਕੇ ਕਿ ਤੁਹਾਨੂੰ ਕਾਰੋਬਾਰ ਦਵਾਂਗਾ, ਮੈਂ ਇੱਥੇ ਮਿੱਲਾਂ ਲਾਵਾਂਗਾ ਕਪੂਰਥਲੇ ਦੇ ਵਿੱਚ, ਇਹ ਚਾਂਸੇ ਦੇ ਕੇ ਵੋਟਾਂ ਲੈ ਲਿੱਤੀਆਂ। ਲੇਕਿਨ ਇੱਕ ਵੀ ਬੱਚੇ ਨੂੰ ਅੱਜ ਤੱਕ 20 ਸਾਲਾਂ 'ਚ ਕੋਈ ਰੁਜ਼ਗਾਰ ਨਹੀਂ ਦਿੱਤਾ। ਸ਼ਰਾਬ ਦੀ ਬੋਤਲ ਵੰਡ ਕੇ ਨਾਲ 2000 ਦਾ ਨੋਟ ਦੇ ਕੇ ਇਹ ਗਰੀਬਾਂ ਨੂੰ ਇੰਨਾ ਕੁ ਗਰੀਬ ਕਰਦਾ ਕਿ ਸਾਰੀ ਦਿਨ ਉਮਰ ਮੇਰੇ ਤੇ ਡਿਪੈਂਡੈਂਟ ਰਹਿਣ। ਅੱਜ ਮੈਂ ਰਾਜ ਕਰਾਂ, ਆਉਣ ਵਾਲੇ ਟਾਈਮ 'ਚ ਮੇਰੇ ਬੱਚੇ ਰਾਜ ਕਰਨ, ਤਾਂ ਕਿ ਕਪੂਰਥਲੇ ਦੀ ਰਾਜੇ ਦੀ ਤਰ੍ਹਾਂ ਇਹ ਰਾਜ ਪੁਸ਼ਤ ਪਰ ਪੁਸ਼ਤ ਚੱਲਦਾ। ਉਧਰ ਪੁਸ਼ਤ ਤੇ ਉਧਰ ਅੰਬਾਨੀਆਂ ਨੇ ਜਾ ਕੇ ਇੰਗਲੈਂਡ ਦੇ ਵਿੱਚ ਆਪਣੀ ਪ੍ਰਾਪਰਟੀ ਖਰੀਦ ਲਈ ਹੈ। ਉੱਥੇ 600 ਕਰੋੜ ਦੇ ਕਰੀਬ ਆਪਣਾ ਆਲੀਸ਼ਾਨ ਮਹਿਲ ਖਰੀਦ ਲਿਆ। ਨਾ ਇੱਕ ਬੰਦੇ ਦੇ ਉੱਤੇ 6 ਪਰਚੇ ਕਰਾ ਕੇ ਰਾਜ ਕਰਨ ਵਾਲੀ ਗੱਲ ਹੈ। ਪਰਿਵਾਰ 6 ਸਾਲ ਕਚਹਿਰੀਆਂ 'ਚ ਰੁਲਦੇ ਹੈਗੇ। ਕਪੂਰਥਲੇ ਵਾਸੀਆਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੀ ਦਿੱਤਾ? ਸਿਰਫ ਨਸ਼ਾ, ਚਿੱਟਾ, ਸ਼ਰਾਬ ਦੀ ਬੋਤਲ, 2000 ਦਾ ਨੋਟ ਇਲੈਕਸ਼ਨਸ ਦੇ ਟਾਈਮ ਤੇ। ਏਦਾਂ ਹੀ ਅਡਾਨੀ ਬਾਨੀਆਂ ਨੇ ਕੀ ਕਰਨਾ? ਇੱਥੇ ਗੁੰਡੇ ਪਾਲ ਜਾਣੇ ਸਾਡੇ ਲਈ, ਉੱਥੋਂ ਬਹਿ ਕੇ ਲੰਡਨ ਦੀ ਰਾਣੀ ਦੀ ਤਰ੍ਹਾਂ ਸਾਡੇ ਤੇ ਰਾਜ ਕਰਨਾ ਹੈ। ਲਖੀਮਪੁਰ ਖੀਰੀ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਨੂੰ ਯਾਦ ਕਰਦੇ ਹੋਏ ਅਰਦਾਸ ਜਿਹੜੀ ਆ ਉਹ ਇੱਥੇ ਕੀਤੀ ਗਈ ਹੈ ਪਿੰਡ ਕਾਲਾ ਸੰਗੀਆਂ ਦੇ ਵਿੱਚ, ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੋ ਇੱਥੇ ਮੈਡਮ ਮੰਜੂ ਰਾਣਾ ਜੀ ਵੀ ਪਹੁੰਚੇ ਹੋਏ ਨੇ ਜਿਹੜੇ ਕਿਸਾਨੀ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਤੁਹਾਡਾ KTV UK ਦੇ ਉੱਪਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਮੈਂ ਜਿਹੜੇ ਮੇਰੇ ਕਿਸਾਨ ਵੀਰ ਲਖੀਮਪੁਰ ਹਾਦਸੇ ਵਿੱਚ ਸ਼ਹੀਦ ਹੋਏ ਆ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਸਾਹਿਬ ਆਈ ਹੈ। ਸੋ ਮੈਡਮ ਬਾਰੇ ਅਸੀਂ ਗੱਲ ਵੀ ਕਰ ਲੈਂਦੇ ਹਾਂ ਕਿ ਮੈਡਮ ਕੀ ਕਾਰਨ ਰਿਹਾ ਕਿ ਜੱਜ ਨੇ ਹੁਣ ਬੇਸ਼ੱਕ ਇਹ ਉਸ ਅਹੁਦੇ ਤੇ ਨਹੀਂ ਨੇ, ਉਹਦੇ ਵੀ ਬਹੁਤ ਸਾਰੇ ਰੀਜ਼ਨ ਨੇ, ਉਹਦੇ ਤੇ ਵੀ ਅਸੀਂ ਗੱਲ ਕਰਦੇ ਹਾਂ ਕਿ ਕੀ ਕਾਰਨ ਰਹੇ ਨੇ। ਇਹ ਆਪਣੀ ਜਿਹੜਾ ਅਹੁਦਾ ਹੈ ਉਹਦੇ ਤੇ ਰਹਿੰਦਿਆਂ ਹੋਇਆ ਤਨਦੇਹੀ ਦੇ ਨਾਲ ਕੰਮ ਕੀਤਾ ਹੈ। ਉੱਦਾਂ ਵੀ ਅਸੀਂ ਦੇਖਦੇ ਹਾਂ ਕਿ ਕਿਸਾਨ ਅੰਦੋਲਨ ਜਦੋਂ ਤੋਂ ਚੱਲਿਆ ਉਦੋਂ ਤੋਂ ਲੈ ਕੇ ਹੀ ਬਹੁਤ ਸਾਰੇ ਜੱਜ, ਬਹੁਤ ਸਾਰੇ ਵਕੀਲ ਜਿਹੜੇ ਨੇ ਕਿਸਾਨ ਅੰਦੋਲਨ ਦੀ ਸਪੋਰਟ ਵਿੱਚ ਨੇ। ਬਹੁਤ ਸਾਰੇ ਜਦੋਂ ਕਿਸਾਨ ਫੜੇ ਗਏ ਸੀ ਦਿੱਲੀ ਦੇ ਵਿੱਚ, ਉਦੋਂ ਵੀ ਲਾਇਰ ਜਿਹੜੇ ਨੇ ਉਹ ਸੰਵਿਧਾਨ ਦੇ ਅੰਦਰ ਰਹਿੰਦਿਆਂ ਹੋਇਆ ਔਰ ਉਹਨਾਂ ਕਿਸਾਨਾਂ ਦੇ ਕੇਸ ਲੜ ਕੇ ਉਹਨਾਂ ਨੂੰ ਬਾਹਰ ਕਰਵਾਇਆ ਸੀਗਾ। ਸੋ ਕਾਨੂੰਨ ਦੇ ਅਕੋਰਡਿੰਗਲੀ ਜੋ ਹੋ ਸਕਦਾ ਸੀਗਾ ਕਿਸਾਨਾਂ ਦੇ ਲਈ ਉਹਨਾਂ ਨੇ ਕੀਤਾ ਨੇ। ਔਰ ਮੈਡਮ ਮੰਜੂ ਜੀ ਹੋਣਾ ਨੇ ਵੀ ਬਹੁਤ ਕੁਝ ਜਿਹੜਾ ਆ ਉਹ ਲੋਕਾਂ ਦੀ ਭਲਾਈ ਦੇ ਲਈ ਕੀਤਾ ਹੈ ਤੇ ਅੱਜ ਕਿਸਾਨ ਅੰਦੋਲਨ ਦੇ ਨਾਲ ਖੜੇ ਨੇ। ਸੋ ਮੈਡਮ ਕੀ ਕਾਰਨ ਹੋ ਸਕਦਾ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ 'ਚ ਜਿਸ ਅਸੀਂ ਉਹਦੀ ਹੀ ਗੱਲ ਕਰਦੇ ਹਾਂ, ਤੁਸੀਂ ਇੱਕ ਜੱਜ ਰਹੇ ਹੋ, ਉਹਦੇ ਵਿੱਚ ਅਜੇ ਤੱਕ ਅਜੇ ਮਿਸ਼ਰਾ ਹੋਣਾ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਔਰ ਆਸ਼ੀਸ਼ ਮਿਸ਼ਰਾ ਦੇ ਲਈ ਜਿਹੜੀ ਜਾਂਚ ਕਮੇਟੀ ਬਣਾਈ ਸੀ, ਜਿਹੜੇ ਜਾਂਚ ਅਧਿਕਾਰੀ ਲਗਾਏ ਗਏ ਸੀ, ਉਹਨਾਂ ਨੂੰ ਬਦਲ ਵੀ ਦਿੱਤਾ ਗਿਆ। ਕਾਰਨ ਕੀ ਹੋ ਸਕਦਾ ਹੈ ਇਸ ਦੇ ਪਿੱਛੇ? ਦੇਖੋ, ਕਾਰਨ ਕੀ ਹੈ ਕਿ ਅਸੀਂ ਕਰਪਟ ਲੀਡਰ ਚੁਣੇ ਹੋਏ ਹੈਗੇ ਨੇ। ਕਰਪਟ ਲੀਡਰਾਂ ਨੇ ਇਸ ਕੰਟਰੀ ਨੂੰ ਡੈਮੋਕ੍ਰੇਸੀ ਦੀ ਜਿਹੜੀ ਡੈਫੀਨੇਸ਼ਨ ਉਹ ਖਤਮ ਕਰ ਦਿੱਤੀ ਹੈ। ਆਪਾਂ ਹੁਣ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਇੱਕ ਲੋਕਤੰਤਰ ਕੰਟਰੀ ਦੇ ਵਿੱਚ ਰਹਿ ਰਹੇ ਹੈਗੇ। ਰਾਦਰ ਅਸੀਂ ਤਾਂ ਇੱਕ ਡੈਮੋਕ੍ਰੇਸੀ ਦੀ ਬਜਾਏ ਇੱਕ ਡਿਕਟੇਟਰਸ਼ਿਪ ਵਾਲੀ ਕੰਟਰੀ 'ਚ ਰਹਿ ਰਹੇ ਹੈਗੇ ਆ। ਸਿਰਫ ਕੁਝ ਲੀਡਰ ਨੇ ਜਿਹੜੇ ਇਸ ਕੰਟਰੀ ਨੂੰ ਚਲਾ ਰਹੇ ਹੈਗੇ ਨੇ।
ਜਿੱਦਾਂ ਅਮਿਤ ਸ਼ਾਹ ਜੀ ਨੇ, ਮੋਦੀ ਜੀ ਨੇ, ਠੀਕ ਹੈ ਨਾ, ਇਹਨਾਂ ਦੇ ਕਾਰਨ ਹੀ ਕਿਸੇ ਦੀ ਕੋਈ ਸੁਣਾਈ ਨਹੀਂ ਹੋ ਰਹੀ ਹੈਗੀ। ਉਹ ਕਮੇਟੀਆਂ ਰੱਖੀਆਂ ਜਾ ਰਹੀਆਂ ਹੈਗੀਆਂ ਨੇ ਜਿਹੜੀਆਂ ਅੰਦਰਗਤੀ ਇਹਨਾਂ ਦੇ ਨਾਲ ਹੈਗੀਆਂ ਨੇ। ਜੇ ਇਹ ਡੈਮੋਕ੍ਰੇਸੀ ਵਾਲੀ ਕੰਟਰੀ ਹੁੰਦੀ ਤੇ ਇੱਕ ਇੰਡੀਪੈਂਡੈਂਟ ਬਾਡੀ ਨੂੰ ਜਾਂ ਕਿਸੇ ਇੰਡੀਪੈਂਡੈਂਟ ਸੀਨੀਅਰ ਜੁਡੀਸ਼ੀਅਲ ਆਫੀਸਰਸ ਨੂੰ ਇਹ ਇਨਕੁਆਇਰੀ ਮਾਰਕ ਕੀਤੀ ਜਾਂਦੀ, ਜਾਂ ਜਿਹੜੇ ਨੌਕਰੀ ਦੇ ਵਿੱਚ ਸੀਨੀਅਰ ਜੁਡੀਸ਼ੀਅਲ ਆਫੀਸਰ ਆ ਜਾਂ ਹਾਈ ਕੋਰਟ ਜੱਜਿਸ ਆ, ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਇਹ ਇਨਕੁਆਇਰੀ ਚਲਾਈ ਜਾਂਦੀ। ਲੇਕਿਨ ਕਰਪਟ ਲੀਡਰ ਇਹ ਨਹੀਂ ਚਾਹੁੰਦੇ ਕਿ ਇੱਕ ਸਾਫ਼ ਸੁਥਰੀ ਇਨਕੁਆਇਰੀ ਸਾਡੇ ਸਾਹਮਣੇ ਆਵੇ। ਇਸ ਕਰਕੇ ਜਦ ਤੱਕ ਸਾਡੀ ਕੰਟਰੀ ਦੇ ਵਿੱਚੋਂ ਇੱਕ ਕਰਪਟ ਲੀਡਰ ਲੱਤਾਂ ਤੋਂ ਖਿੱਚ ਕੇ ਜ਼ਮੀਨ ਤੇ ਸੁੱਟੇ ਨਹੀਂ ਜਾਣਗੇ, ਤਦ ਤੱਕ ਸਾਨੂੰ ਇਹਨਾਂ ਦੇ ਕੋਲੋਂ ਕੋਈ ਇਨਸਾਫ ਦੀ ਉਮੀਦ ਨਹੀਂ ਹੈਗੀ। ਅੱਜ ਉਹ ਸਮੇਂ ਆ ਗਿਆ ਹੈਗਾ ਜਦੋਂ ਸਾਨੂੰ ਲਾਲ ਬਹਾਦਰ ਸ਼ਾਸਤਰੀ ਵਰਗੇ ਲੀਡਰਾਂ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਹਨਾਂ ਕਰਪਟ ਲੀਡਰਾਂ ਨੇ ਕੰਟਰੀ ਦਾ ਸੱਤਿਆਨਾਸ਼ ਕਰ ਦਿੱਤਾ ਹੈਗਾ ਵਾ। ਜਿਸ ਮਰਜ਼ੀ ਵਰਗ ਨੂੰ ਛੇੜ ਲਓ, ਹਰ ਵਰਗ ਨੂੰ ਇਹਨਾਂ ਨੇ ਨੁਕਸਾਨ ਹੀ ਪਹੁੰਚਾਇਆ ਹੈਗਾ। ਅਗਰ ਇਹ ਚਾਹੁੰਦੇ ਤੇ 1-2 ਮਿੰਟ ਦੀ ਗੱਲ ਹੈ, ਇਹ 3 ਕਾਲੇ ਕਾਨੂੰਨਾਂ ਨੂੰ ਖਤਮ ਕਰ ਸਕਦੇ ਹੈਗੇ ਨੇ, ਲੇਕਿਨ ਇਹ ਨਹੀਂ ਚਾਹੁੰਦੇ ਹੈਗੇ, ਕਿਉਂਕਿ ਇਹ ਇਸ ਕੰਟਰੀ ਨੂੰ ਡਿਕਟੇਟਰਸ਼ਿਪ ਨਾਲ ਹੀ ਚਲਾਉਣਾ ਚਾਹੁੰਦੇ ਹੈਗੇ ਆ। ਇਹ ਕੰਟਰੀ ਨੂੰ ਕੁਝ ਕਾਰਪੋਰੇਟ ਘਰਾਣੇ ਜਿੱਦਾਂ ਅਡਾਨੀ ਅਬਾਨੀ ਉਹਨਾਂ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਆ। ਅਗਰ ਕਾਲੇ ਕਾਨੂੰਨ ਕਾਇਮ ਰਹਿੰਦੇ ਆ ਤੇ ਇਹਨਾਂ ਦੀ ਡਿਕਟੇਟਰਸ਼ਿਪ ਖਤਮ ਹੁੰਦੀ ਆ, ਜਿਹੜੀ ਕਿ ਇਹ ਚਾਹੁੰਦੇ ਹੋਏ ਵੀ ਆਪਣੀ ਡਿਕਟੇਟਰਸ਼ਿਪ ਖਤਮ ਨਹੀਂ ਕਰਨਾ ਚਾਹੁੰਦੇ। ਇਹ ਚਾਹੁੰਦੇ ਆ ਕਿਸਾਨ ਹੀ ਨਹੀਂ, ਹਰ ਵਰਗ ਦਾ ਬੰਦਾ ਇਹਨਾਂ ਦੀ ਅਧੀਨ ਵਾਲੀ ਜ਼ਿੰਦਗੀ ਜੀਵੇ। ਮੁਗਲਾਂ ਦਾ ਰਾਜ, ਇਹ ਮੁਗਲਾਂ ਦਾ ਰਾਜ ਤਾਂ ਫਿਰ ਚੰਗਾ ਸੀਗਾ, ਠੀਕ ਹੈ ਨਾ। ਮੁਗਲ ਕਿਸੇ ਪਾਰਟਿਕੂਲਰ ਬੰਦੇ ਨੂੰ ਚੱਕ ਕੇ ਲੈ ਜਾਂਦੇ ਸੀ, ਇਹਨਾਂ ਨੇ ਤਾਂ ਹੁਣ ਹਰ ਇੱਕ ਬੰਦੇ ਨੂੰ ਕਹਿੰਦੇ ਆ ਨਾ ਚੱਕੀ ਦੇ ਥੱਲੇ ਪੀਸਣ ਦਾ ਕੰਮ ਸ਼ੁਰੂ ਕੀਤਾ ਹੋਇਆ। ਦੇਖੋ 700 ਤੋਂ ਜ਼ਿਆਦਾ ਕਿਸਾਨ ਵੀ ਸ਼ਹੀਦ ਹੋ ਚੁੱਕੇ ਹੈਗੇ ਨੇ, ਲੇਕਿਨ ਸਾਡੇ ਕਿਸੇ ਵੀ ਲੀਡਰ ਨੇ ਆ ਕੇ ਕਿਸਾਨ ਵੀਰ ਨੂੰ ਸ਼ਰਧਾਂਜਲੀ ਨਹੀਂ ਦਿੱਤੀ। ਲੇਕਿਨ ਇੱਕ ਕਰਪਟ ਲੀਡਰ ਦਾ ਕੁੱਤਾ ਵੀ ਮਰਦਾ ਵਾ, ਉੱਥੇ 10,000 ਬੰਦਾ ਸ਼ਰਧਾਂਜਲੀ ਦੇਣ ਚਲੇ ਜਾਂਦਾ। ਪੁੱਛਦੇ ਕੀ ਜੀ, ਕਹਿੰਦੇ ਜੀ ਲੀਡਰ ਸਾਹਿਬ ਦੀ ਕੁੱਤੀ ਮਰ ਗਈ ਆ। ਨਾ ਕਿਸਾਨ ਵੀਰ ਹਿੰਦੁਸਤਾਨ ਦੇ ਸਿਟੀਜ਼ਨ ਨਹੀਂ, ਨਾ ਕਿਸਾਨ ਵੀਰ ਪੰਜਾਬ ਦੇ ਸਿਟੀਜ਼ਨ ਨਹੀਂ, ਲੇਕਿਨ ਇਹ ਇੱਕ ਐਦਾਂ ਦੇ ਕਠੋਰ ਹਿਰਦੇ ਵਾਲੇ ਕਰਪਟ ਲੀਡਰ ਨੇ ਜਿਨ੍ਹਾਂ ਨੂੰ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ, ਇਹ ਸਿਰਫ ਆਪਣੀਆਂ ਜੇਬਾਂ ਭਰਨ ਲਈ ਆਏ ਹੈ। ਇੱਕ ਬੜੀ ਵੱਡੀ ਗੱਲ ਸੀਗੀ, ਇੱਕ ਅਸੀਂ ਦੇਖਦੇ ਹਾਂ ਨਿਊਜ਼ ਚੱਲਦੀ ਹੈ ਕਿ ਕਿਸੇ ਕੁੱਤੇ ਦੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਕੁੱਤਾ ਕਾਰ ਦੇ ਹੇਠਾਂ ਆ ਗਿਆ, ਤਾਂ ਨੈਸ਼ਨਲ ਮੀਡੀਆ ਤੇ ਉਹ ਖਬਰ ਇਸ ਤਰੀਕੇ ਨਾਲ ਪ੍ਰਸਾਰਿਤ ਕੀਤੀ ਗਈ ਕਿ ਉਹ 10 ਦਿਨ ਉਹ ਖਬਰ ਛੱਡੀ ਨਹੀਂ ਨੈਸ਼ਨਲ ਮੀਡੀਆ ਨੇ, ਔਰ ਉਹਦੇ ਲਈ ਐਕਸ਼ਨ ਵੀ ਪੁਲਿਸ ਨੂੰ ਲੈਣਾ ਪਿਆ। ਇੱਥੇ ਹਾਲਾਤ ਇਹ ਸੀਗੇ ਕਿ ਕਿਸਾਨ ਦਰੜ ਕੇ ਮਾਰ ਦਿੱਤੇ ਗਏ ਜਾਣਬੁੱਝ ਕੇ। ਜਾਨਵਰ ਦੀ ਜਾਨ ਵੀ ਉਹੀ ਹੈ ਤੇ ਇਨਸਾਨ ਦੀ ਵੀ ਉਹੀ, ਪਰ ਜਿਹੜਾ ਇਨਸਾਨ ਹੈ ਇਹ ਸਮਾਜਿਕ ਪ੍ਰਾਣੀ ਹੈ, ਇਹਦੇ ਲਈ ਕੁਝ ਵੈਲਿਊਜ਼ ਹੋਰ ਜ਼ਿਆਦੀਆਂ ਨੇ ਸੰਵਿਧਾਨ ਦੇ ਵਿੱਚ। ਸੋ ਉਹਦੇ ਲਈ ਐਕਸ਼ਨ ਨਾ ਤਾਂ ਐਕਸ਼ਨ ਨੈਸ਼ਨਲ ਮੀਡੀਆ ਨੇ ਲਿਆ ਹੈ, ਤਾਂ ਨਾ ਹੀ ਸਰਕਾਰਾਂ ਕਿਤੇ ਸੰਜੀਦਾ ਨੇ। ਨੈਸ਼ਨਲ ਮੀਡੀਆ ਨੂੰ ਕਿੱਦਾਂ ਦੇਖਦੇ ਹੋ ਇਸ ਸਾਰੇ ਵਰਤਾਰੇ ਦੇ ਵਿੱਚ? ਕਾਰਨ ਕੀ ਹੈ, ਇੱਕ ਤੁਹਾਡੇ ਕੋਲ ਲਾਈਵ ਐਗਜ਼ਾਮਪਲ ਹੈ ਕਿ ਜਿਹੜਾ ਲਖੀਮਪੁਰ ਵਾਲਾ ਇਨਸੀਡੈਂਟ ਹੈ, ਉਹ ਇਨਸੀਡੈਂਟ ਨਹੀਂ, ਉੱਥੇ ਕਿਸਾਨਾਂ ਨਾਲ ਖੂਨ ਦੀ ਹੋਲੀ ਸ਼ਰੇਆਮ ਖੇਲੀ ਗਈ ਹੈ। ਉਹਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਨੂੰ ਲਹੂ ਲਹੂਨ ਕਰਕੇ ਮੌਤ ਦੇ ਮੂੰਹ 'ਚ ਪਹੁੰਚਾਇਆ ਗਿਆ ਹੈਗਾ। ਕੁਐਸਚਨ ਹੈ ਕਿ ਮੀਡੀਆ ਮੋਦੀ ਜੀ ਦਾ ਖਰੀਦਿਆ ਹੋਇਆ ਹੈਗਾ। ਜਦੋਂ ਨੈਸ਼ਨਲ ਮੀਡੀਆ ਹੀ ਖਰੀਦ ਲਿਆ, ਮੀਡੀਆ ਲੋਕਾਂ ਦੀ ਆਵਾਜ਼ ਹੈ, ਉਹਨੂੰ ਦਬਾਉਣ ਲਈ ਮੀਡੀਆ ਉਹਨਾਂ ਦਾ ਖਰੀਦਿਆ ਹੋਇਆ, ਮੀਡੀਆ ਕਿਸਾਨ ਦੇ ਪ੍ਰਤੀ ਆਪਣੀ ਆਵਾਜ਼ ਚੱਕ ਹੀ ਨਹੀਂ ਰਿਹਾ ਹੈਗਾ। ਜਦੋਂ ਖਰੀਦਿਆ ਹੋਇਆ ਮੀਡੀਆ ਉਸ ਕੰਟਰੀ ਨੂੰ, ਇਸ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਕਿ ਇਹ ਕੰਟਰੀ ਲੋਕਤੰਤਰ ਕੰਟਰੀ ਨਹੀਂ ਹੈਗੀ, ਇਹ ਡਿਕਟੇਟਰਸ਼ਿਪ ਵਾਲੀ ਕੰਟਰੀ ਹੈਗੀ ਹੈ। ਤੁਸੀਂ ਇੱਕ ਚੀਜ਼ ਦੇਖੋ, ਜਦੋਂ ਡਿਕਟੇਟਰਸ਼ਿਪ ਵਾਲੀ ਕੰਟਰੀ ਆ, ਤੁਸੀਂ ਕਪੂਰਥਲੇ ਦਾ ਐਗਜ਼ਾਮਪਲ ਲੈ ਲਓ। ਰਾਣਾ ਗੁਰਜੀਤ ਸਿੰਘ ਜੀ 22 ਸਾਲ ਤੋਂ ਇਸ ਕਪੂਰਥਲੇ 'ਚ ਰਾਜ ਕਰ ਰਹੇ ਹੈਗੇ। 700 ਤੋਂ ਉੱਤੇ ਇੱਕ ਸਾਲ ਦੇ ਵਿੱਚ, ਸਵਾ ਇੱਕ ਸਾਲ ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਆ। ਉਹਨਾਂ ਨੇ ਇੱਕ ਦਿਨ ਵੀ ਸ਼ਰਧਾਂਜਲੀ ਦੇਣ ਆਏ ਆ ਕਿਸਾਨ ਵੀਰਾਂ ਨੂੰ? ਇੱਕ ਦਿਨ ਵੀ ਕਿਸੇ ਕਿਸਾਨ ਵੀਰ ਦੇ ਘਰ ਉਹ ਗਏ ਹੈਗੇ ਆ ਕਿ ਮੈਨੂੰ ਬੜਾ ਦੁੱਖ ਲੱਗਿਆ ਹੈਗਾ? ਜਦ ਕਿ ਹਰ ਬੱਚੇ ਨੂੰ ਪਤਾ ਕਿ ਕਿਸਾਨ ਵੀਰ ਇਸ ਧਰਤੀ ਦਾ ਅੰਨਦਾਤਾ ਹੈ, ਉਹ ਪਰਮਾਤਮਾ ਦਾ ਭੇਜਿਆ ਹੋਇਆ ਧਰਤੀ ਤੇ ਇੱਕ ਦੂਤ ਹੈ
ਜਿਹੜਾ ਕਿ ਲੋਕਾਂ ਦੇ ਪੇਟ ਦਾ ਪਾਲਣ ਕਰ ਰਿਹਾ। ਰਾਣਾ ਗੁਰਜੀਤ ਸਿੰਘ ਹੁਣਾਂ ਦੀ ਇੱਕ ਫੈਕਟਰੀ ਲੱਗੀ ਹੋਈ ਹੈ ਬਾਬਾ ਬਕਾਲੇ ਏਰੀਏ ਦੇ ਵਿੱਚ। ਉੱਥੇ 10 ਪਿੰਡ ਨੇ ਟੋਟਲ ਜਿਹਦਾ ਪਾਣੀ ਗੰਦਲਾ ਹੋ ਗਿਆ। ਤਾਂ ਫੈਕਟਰੀ ਦੇ ਕੋਲੋਂ ਪਾਣੀ ਜਿਹੜਾ ਕਿਸਾਨ ਖੇਚੋਂ ਕੱਢਦੇ ਨੇ ਉਹ ਪੀਲੇ ਰੰਗ ਦਾ ਆਉਂਦਾ ਹੈ। ਪਿੰਡ ਦੇ ਵਿੱਚ ਜਿਹੜਾ ਆਲੇ ਦੁਆਲੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਨੇ। ਅੱਖਾਂ ਦੀ ਲਾਈਟ ਜਾ ਚੁੱਕੀ ਹੈ ਲੋਕਾਂ ਨੂੰ ਕੈਂਸਰ ਹੋ ਚੁੱਕਿਆ ਹੈ, ਚਮੜੀ ਦੇ ਬਹੁਤ ਵੱਡੇ ਰੋਗ ਲੱਗ ਚੁੱਕੇ ਨੇ ਔਰ ਫਿਲਹਾਲ ਇਸ ਟਾਈਮ ਉਹਨਾਂ ਨੂੰ ਉੱਚੇ ਅਹੁਦਿਆਂ ਦੇ ਨਾਲ ਨਿਵਾਜ ਦਿੱਤਾ ਗਿਆ ਹੈ। ਕੀ ਲੱਗਦਾ ਹੈ ਕਿ ਇੱਥੇ ਲੋਕਤੰਤਰ ਦਾ ਘਾਣ ਹੋ ਗਿਆ ਕਿ ਜਾਂ ਫਿਰ ਜਿਹੜੀ ਸੱਤਾ ਜਿਹੜੀ ਆ ਉਹਦੀ ਪਾਵਰ ਹੀ ਜ਼ਿਆਦੀ ਹੋ ਗਈ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਲੋਕਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ? ਦੇਖੋ ਤੁਸੀਂ ਕਾਂਗਰਸ ਦਾ ਤਾਂ ਹਾਲ ਦੇਖ ਹੀ ਰਹੇ ਹੋ, ਰੋਜ਼ ਚੈਨਲ ਦਿਖਾ ਰਹੇ ਆ। ਪੌਣੇ 5 ਸਾਲ ਕਾਂਗਰਸ ਸੁੱਤੀ ਰਹੀ ਜੀ, ਕਿਸੇ ਲਈ ਕੁਝ ਨਹੀਂ ਕੀਤਾ, ਚਾਹੇ ਤਾਂ ਆਰਡੀਨਰੀ ਵਰਗ ਸੀ ਚਾਹੇ ਉਹ ਨੌਕਰੀ ਵਾਲਾ ਵਰਗ ਸੀਗਾ। ਨੌਕਰੀ ਵਰਗ ਵਾਲੇ ਵਰਗ ਨੂੰ ਤਾਂ ਉਹਨਾਂ ਨੇ ਡੀਏ ਵੀ ਨਹੀਂ ਦੇ ਸਕੇ। ਅੱਜ ਜਦੋਂ 2 ਮਹੀਨੇ ਰਹਿ ਗਏ ਨੇ, ਖਜ਼ਾਨਾ ਖਤਮ ਹੋ ਗਿਆ ਹੈਗਾ ਵਾ, ਉਦੋਂ ਉਹਨਾਂ ਨੇ ਅਨਾਉਂਸਮੈਂਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਰੋ ਗੱਲ ਰਾਣਾ ਗੁਰਜੀਤ ਸਿੰਘ ਜੀ ਦੀ, ਉਹਨਾਂ ਨੇ ਤਾਂ ਪੋਲੀਟੀਸ਼ੀਅਨ ਦਾ ਚਿੱਟਾ ਕੁੜਤਾ ਪਜਾਮਾ ਸਿਰਫ ਆਪਣੇ ਬਿਜ਼ਨਸ ਨੂੰ ਚਲਾਉਣ ਲਈ ਪਾਇਆ ਹੈਗਾ। ਯੂਪੀ 'ਚ ਉਹਨਾਂ ਨੂੰ ਜਦੋਂ ਕੱਢ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਆ ਕੇ ਕਪੂਰਥਲਾ ਅਪਣਾਇਆ 2001 ਦੇ ਵਿੱਚ। ਉਦੋਂ ਉਹਨਾਂ ਨੇ ਇਹ ਦੇਖਿਆ ਕਿ ਮਿੱਲਾਂ ਨੂੰ ਚਲਾਉਣ ਲਈ ਪੈਸੇ ਵੰਡਣ ਦੀ ਬਜਾਏ ਕਿਉਂ ਨਾ ਮੈਂ ਖੁਦ ਲੀਡਰ ਬਣ ਜਾਵਾਂ, ਮੇਰੀਆਂ ਮਿੱਲਾਂ ਵੀ ਚੱਲ ਜਾਣਗੀਆਂ, ਮੇਰਾ ਪੈਸਾ ਵੀ ਦੁੱਗਣਾ ਹੋ ਜਾਊਗਾ। ਲੋਕਾਂ ਨੂੰ ਇਹ ਚਾਂਸੇ ਦੇ ਕੇ ਕਿ ਤੁਹਾਨੂੰ ਕਾਰੋਬਾਰ ਦਵਾਂਗਾ, ਮੈਂ ਇੱਥੇ ਮਿੱਲਾਂ ਲਾਵਾਂਗਾ ਕਪੂਰਥਲੇ ਦੇ ਵਿੱਚ, ਇਹ ਚਾਂਸੇ ਦੇ ਕੇ ਵੋਟਾਂ ਲੈ ਲਿੱਤੀਆਂ। ਲੇਕਿਨ ਇੱਕ ਵੀ ਬੱਚੇ ਨੂੰ ਅੱਜ ਤੱਕ 20 ਸਾਲਾਂ 'ਚ ਕੋਈ ਰੁਜ਼ਗਾਰ ਨਹੀਂ ਦਿੱਤਾ। ਸਿਰਫ ਚਿੱਟਾ ਕੁੜਤਾ ਪਜਾਮਾ ਪਾ ਕੇ ਵੋਟਾਂ ਦੇ ਟਾਈਮ 2000 ਰੁਪਏ ਦਾ ਨੋਟ ਤੇ ਸ਼ਰਾਬ ਦੀ ਬੋਤਲ ਵੰਡ ਕੇ ਉਹਨਾਂ ਲੋਕਾਂ ਦੇ ਕੋਲੋਂ ਵੋਟਾਂ ਲੈਂਦੇ ਹੈਗੇ। 20 ਸਾਲ ਦੇ ਵਿੱਚ ਇੱਕ ਵੀ ਮੈਨੂੰ ਰਾਣਾ ਸਾਹਿਬ ਐਗਜ਼ਾਮਪਲ ਦੇ ਦੇਣ ਕਿ ਕਪੂਰਥਲੇ ਦੀ ਫਲਾਨੀ ਜਗ੍ਹਾ ਤੇ ਮੈਂ ਆ ਕੰਮ ਕੀਤਾ ਵਾ, ਮੈਂ ਕਪੂਰਥਲੇ ਦਾ ਆ ਸੁਧਾਰ ਕੀਤਾ ਵਾ, ਕਪੂਰਥਲੇ 'ਚ ਮੈਂ ਇਹ ਇੰਡਸਟਰੀ ਲਾਈ ਹੈਗੀ ਆ। ਰਾਦਰ ਉਹਨਾਂ ਨੇ ਗਰੀਬ ਦੀ ਗਰੀਬੀ ਨੂੰ ਜ਼ੀਰੋ ਤੇ ਲਿਆਂਦਾ ਤੇ ਅਮੀਰ ਨੂੰ ਆਪਣੀ ਜਿਹੜੀ ਅਮੀਰੀ ਸੀ ਉਹ ਅਸਮਾਨ ਤੱਕ ਲੈ ਗਏ ਹੈਗੇ ਨੇ। ਇੱਕ ਮਿਲ ਤੋਂ ਉਹਨਾਂ ਨੇ 10 ਮਿਲਾਂ ਲਾ ਲਿੱਤੀਆਂ। ਹਵਾ ਪਾਣੀ ਵੀ ਖਰਾਬ ਕੀਤਾ, ਹਵਾ ਪਾਣੀ ਖਰਾਬ ਕਰ ਦਿੱਤਾ, ਪ੍ਰਦੂਸ਼ਣ ਪੂਰੀ ਕਰ ਦਿੱਤੀ। ਕਿਸਾਨਾਂ ਦੀਆਂ ਜ਼ਮੀਨਾਂ ਜਿੱਧਰ ਉਹਨਾਂ ਦੀ ਫੈਕਟਰੀ ਲੱਗੀ ਆ ਉੱਥੇ ਟੋਟਲ ਜ਼ੀਰੋ ਕਰ ਦਿੱਤੀਆਂ ਹੈਗੀਆਂ। ਉੱਥੇ ਕੋਈ ਫਸਲ ਹੀ ਨਹੀਂ ਹੁੰਦੀ, ਉੱਥੇ ਫਸਲ ਨਹੀਂ ਹੁੰਦੀ, ਲੋਕਾਂ ਨੂੰ ਕੈਂਸਰ ਕਰ ਦਿੱਤੇ, ਅੱਖਾਂ ਦੀਆਂ ਰੋਸ਼ਨੀਆਂ ਖਤਮ ਕਰ ਦਿੱਤੀਆਂ। ਪਰ ਵੀ ਮੈਂ ਫਿਰ ਵੀ ਹੈਰਾਨ ਆ ਕਿ ਕਪੂਰਥਲੇ ਵਾਸੀ ਕਿਉਂ ਨਹੀਂ ਉਹਨਾਂ ਕੋਲ ਜਾਗਰਤ ਹੁੰਦੇ, ਫਿਰ ਕਿਉਂ ਇਦਾਂ ਦੇ ਦਾਗੀ ਲੀਡਰ ਨੂੰ ਅੱਗੇ ਲਿਆਉਂਦੇ ਪਏ ਹੈਗੇ ਆ। ਕਿਉਂ ਉਹਨਾਂ ਨੂੰ ਇਹ ਨਹੀਂ ਪਤਾ ਕਿ 5 ਸਾਲ ਜਿਹੜੇ 2000 ਰੁਪਏ ਦਾ ਨੋਟ ਹੈ ਤੇ ਬੋਤਲ ਉਹਨਾਂ ਨੂੰ ਸਿਰਫ 2 ਦਿਨ ਉਹਨਾਂ ਦੇ ਘਰ ਚੱਲਣੀ ਹੈਗੀ ਆ, ਬਾਕੀ 363 ਦਿਨ ਉਹਨਾਂ ਨੂੰ ਰੋਟੀ ਕਮਾ ਕੇ ਖਾਣੀ ਪੈਣੀ ਹੈ। ਉਹ ਤਾਂ ਸਾਲ ਦੇ ਹੋ ਗਏ ਨਾ, 5 ਸਾਲ ਦੇ ਤਾਂ ਫਿਰ 5 ਨਾਲ ਮਲਟੀਪਲਾਈ 2000 ਦਿਨ ਜਿਹੜੇ ਬੰਨੇ ਉਹਨਾਂ ਦੇ ਤੇ ਮਲਟੀਪਲਾਈ ਕਰ ਲਓ ਤੁਸੀਂ, ਉਹ 2000 ਜਿਹੜੇ ਦਿਨ ਆ ਉਹਨਾਂ ਨੂੰ ਖੁਦ ਰਾਣਾ ਗੁਰਜੀਤ ਸਿੰਘ ਕੀ ਚਾਹੁੰਦੇ ਨੇ, ਸ਼ਰਾਬ ਦੀ ਬੋਤਲ ਵੰਡ ਕੇ ਨਾਲ 2000 ਦਾ ਨੋਟ ਦੇ ਕੇ ਇਹ ਗਰੀਬਾਂ ਨੂੰ ਇੰਨਾ ਕੁ ਗਰੀਬ ਕਰਦਾ ਕਿ ਸਾਰੀ ਦਿਨ ਉਮਰ ਮੇਰੇ ਤੇ ਡਿਪੈਂਡੈਂਟ ਰਹਿਣ। ਅੱਜ ਮੈਂ ਰਾਜ ਕਰਾਂ, ਆਉਣ ਵਾਲੇ ਟਾਈਮ 'ਚ ਮੇਰੇ ਬੱਚੇ ਰਾਜ ਕਰਨ, ਤਾਂ ਕਿ ਕਪੂਰਥਲੇ ਦੀ ਰਾਜੇ ਦੀ ਤਰ੍ਹਾਂ ਇਹ ਰਾਜ ਪੁਸ਼ਤ ਪਰ ਪੁਸ਼ਤ ਚੱਲਦਾ ਰਹੇ। ਦਰ ਪੁਸ਼ਤ ਤੇ ਉਧਰ ਅੰਬਾਨੀਆਂ ਨੇ ਜਾ ਕੇ ਇੰਗਲੈਂਡ ਦੇ ਵਿੱਚ ਆਪਣੀ ਪ੍ਰਾਪਰਟੀ ਖਰੀਦ ਲਈ ਹੈ। ਉੱਥੇ 600 ਕਰੋੜ ਦੇ ਕਰੀਬ ਆਪਣਾ ਆਲੀਸ਼ਾਨ ਮਹਿਲ ਖਰੀਦ ਲਿਆ ਹੈ। ਇੱਥੋਂ ਦਾ ਪੈਸਾ ਚੁੱਕਿਆ ਲੋਕਾਂ ਦਾ ਔਰ ਉੱਥੇ ਜਾ ਕੇ ਆਪਣਾ ਘਰ ਵਸਾ ਲਿਆ। ਤੁਸੀਂ ਕਿੱਦਾਂ ਵੇਖਦੇ ਹੋ ਕਿ ਭਾਰਤ ਦੇ ਵਿੱਚ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਤਾਂ ਚਲੇ ਗਏ ਜਾਂ ਹੋਰ ਕਾਰਨ ਰਹੇ ਨੇ? ਕੁਐਸਚਨ ਕੀ ਹੈਗਾ, ਦੇਖੋ ਜੀ ਉਹਨਾਂ ਨੇ ਇੰਡੀਆ ਦਾ ਧਨ ਲਿਜਾਣਾ ਸ਼ਿਫਟ ਕਰਕੇ, ਉਹਨਾਂ ਨੂੰ ਪਤਾ ਵੀ ਉਹਨਾਂ ਦੇ ਕਾਰਨਾਮੇ ਐਦਾਂ ਦੇ ਹੈਗੇ ਆ। ਉਹਨਾਂ ਨੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਪਾਸ ਕਰਵਾ ਕੇ ਖੁਦ ਜਾਣੂ ਜਾਣਾ ਕਿ ਇੱਕ ਸਮੇਂ ਹੁਣ ਐਦਾਂ ਦਾ ਆ ਜਾਣਾ ਵੀ ਜੇ ਕਾਲੇ ਕਾਨੂੰਨ ਨਾ ਸੀ ਖਤਮ ਕੀਤੇ ਤੇ ਇਸ ਕੰਟਰੀ 'ਚ ਬਗਾਵਤ ਹੋ ਜਾਣੀ ਹੈਗੀ। ਬਗਾਵਤ ਤੋਂ ਬਚਦੇ ਹੋਏ ਉਹ ਫੋਰਨ 'ਚ ਨੱਠ ਰਹੇ ਆ, ਉਹ ਆਪਣੀ ਇਨਵੈਸਟਮੈਂਟ ਨੂੰ ਪੈਸਿਆਂ ਨੂੰ ਇਕੱਠਾ ਕਰਕੇ ਉਧਰ ਲਿਜਾ ਰਹੇ ਹੈਗੇ ਨੇ ਤਾਂ ਕਿ ਉਹਨਾਂ ਦੀ ਉਹ ਫਿਰ ਉੱਥੋਂ ਬਹਿ ਕੇ ਰਾਜ ਕਰਨਗੇ ਸਾਡੇ ਤੇ। ਉਹਨਾਂ ਨੇ ਰਾਜ ਨਹੀਂ ਛੱਡਣਾ। ਜਿਵੇਂ ਇੰਗਲੈਂਡ ਦੀ ਰਾਣੀ ਨੇ ਰਾਜ ਕੀਤਾ ਸੀਗਾ ਭਾਰਤ ਦੇ ਉੱਤੇ, ਐਜ਼ ਇਟ ਇਜ਼ ਹੁਣ ਇੱਥੋਂ ਉੱਠ ਕੇ ਇੰਗਲੈਂਡ ਵਿੱਚ ਜਾ ਕੇ ਭਾਰਤ ਦੀ ਜਗ੍ਹਾ ਚੇਂਜ ਹੋਊਗੀ, ਇੱਥੋਂ ਉੱਠ ਕੇ ਉੱਥੇ ਚਲੇ ਜਾਣਗੇ ਬੰਦੇ। ਉਹਨਾਂ ਨੇ ਗੁੰਡੇ ਇੱਥੇ ਹੀ ਬਿਠਾਣੇ ਆਪਣੇ ਰਾਜ ਕਰਨ ਲਈ। ਉਹਨਾਂ ਜਦੋਂ ਹੁਣ ਕਪੂਰਥਲੇ 'ਚ ਕੀ ਹਾਲ ਹੈ ਜੀ, ਲੋਕੀ ਕਹਿੰਦੇ ਜੀ ਰਾਣਾ ਬਹੁਤ ਸਪੋਰਟ ਕਰਦਾ। ਮੈਂ ਕਿਹਾ ਜੀ ਪਿੰਡਾਂ 'ਚ ਕਿੱਦਾਂ ਸਪੋਰਟ ਕਰਦਾ ਜੀ? ਝਗੜਾ ਹੁੰਦਾ ਥਾਣੇ ਫੋਨ ਕਰ ਦਿੰਦੇ ਆ ਨਾ, ਇੱਕ ਬੰਦੇ ਦੇ ਉੱਤੇ 6-6 ਪਰਚੇ ਕਰਾ ਕੇ ਰਾਜ ਕਰਨ ਵਾਲੀ ਗੱਲ ਹੈ। ਪਰਿਵਾਰ 6-6 ਸਾਲ ਕਚਹਿਰੀਆਂ 'ਚ ਰੁਲਦੇ ਹੈਗੇ ਨੇ। ਕਪੂਰਥਲੇ ਵਾਸੀਆਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੀ ਦਿੱਤਾ? ਸਿਰਫ ਨਸ਼ਾ, ਚਿੱਟਾ, ਸ਼ਰਾਬ ਦੀ ਬੋਤਲ, 2000 ਦਾ ਨੋਟ ਇਲੈਕਸ਼ਨਸ ਦੇ ਟਾਈਮ ਦੇ ਉੱਤੇ। ਐਦਾਂ ਹੀ ਅਡਾਨੀ ਬਾਨੀਆਂ ਨੇ ਕੀ ਕਰਨਾ? ਇੱਥੇ ਗੁੰਡੇ ਪਾਲ ਜਾਣੇ ਸਾਡੇ ਲਈ, ਉੱਥੋਂ ਬਹਿ ਕੇ
ਲੰਡਨ ਦੀ ਰਾਣੀ ਦੀ ਤਰ੍ਹਾਂ ਸਾਡੇ ਤੇ ਰਾਜ ਕਰਨਾ ਹੈਗਾ। ਇਹ ਚਾਹੁੰਦੇ ਆ ਜਿਹੜਾ ਇੰਡੀਆ ਵਾ ਇਹ ਟੁਕੜੇ ਟੁਕੜੇ 'ਚ ਹੋ ਜਾਵੇ ਤੇ ਅਸੀਂ ਮੁਗਲਾਂ ਦੀ ਤਰ੍ਹਾਂ ਦੁਬਾਰਾ ਇਹਨਾਂ ਤੇ ਰਾਜ ਕਰੀਏ। ਲੋਕਤੰਤਰ ਫਿਰ ਕਿੱਥੇ ਰਹਿ ਗਿਆ, ਸੰਵਿਧਾਨ ਕਿੱਥੇ ਰਹਿ ਗਿਆ? ਤੁਸੀਂ ਉੱਤੇ ਬੈਠ ਕੇ, ਜੱਜ ਦੀ ਕੁਰਸੀ ਤੇ ਬੈਠ ਕੇ ਤੁਸੀਂ ਵੀ ਫੈਸਲੇ ਦਿੰਦੇ ਰਹੇ ਹੋ, ਉਦੋਂ ਲੋਕਤੰਤਰ ਅਸਲੀਅਤ ਕੀ ਹੈਗੀ ਹੈ ਤੇ ਅਸਲ 'ਚ ਵਾਪਰ ਕੀ ਰਿਹਾ? ਦੇਖੋ ਲੋਕਤੰਤਰ ਕਿੱਦਾਂ ਚੱਲੇਗਾ? ਇਹਨਾਂ ਨੇ ਰਾਜਨੀਤੀ 'ਚ ਕੀ ਕੀਤਾ ਆ ਕੇ? ਜਿੰਨੇ ਵੀ ਕਰਪਟ ਲੀਡਰ ਹੈ, ਨਸ਼ਾ ਇਹਨਾਂ ਦੇ ਅੰਡਰ ਵਿਕ ਰਿਹਾ ਹੈਗਾ। ਇਹਨਾਂ ਨੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਜਿਹਨੇ ਇਸ ਕੰਟਰੀ ਨੂੰ ਸੰਭਾਲਣਾ ਹੈਗਾ, ਉਹਨਾਂ ਨੂੰ ਚਿੱਟੇ ਦੇ ਹੀਰੋਇਨ ਦਾ ਆਦੀ ਬਣਾ ਦਿੱਤਾ। ਪਹਿਲਾਂ ਕੋਲੋਂ 2 ਪੁੜੀਆਂ ਖਵਾਉਂਦੇ ਆ, ਜਦੋਂ ਉਹ ਪੁੜੀ ਖਾ ਲੈਂਦੇ ਆ ਮੁੜ ਕੇ ਉਹ ਪੁੜੀ ਦੇ ਆਦੀ ਹੋ ਜਾਂਦੇ ਆ। ਫਿਰ ਘਰ ਦੇ ਬੱਚੇ ਮਾਪਿਓ ਦਾ ਗਲਾ ਘੁੱਟ-ਘੁੱਟ ਕੇ ਪੈਸੇ ਲੈ ਕੇ ਉਹ ਨਸ਼ਾ ਕਰਦੇ ਹੈਗੇ। 9 ਸਾਲ ਦਾ ਬੱਚੇ ਤੱਕ 9 ਸਾਲ ਦੇ ਬੱਚੇ ਤੱਕ ਨਸ਼ਾ ਹੈਗਾ। ਯਾਨੀ ਇੰਨੇ ਹਾਲਾਤ ਆ, ਪੜ੍ਹਾਈ ਵੱਲੋਂ ਜ਼ੀਰੋ ਕਰਤੇ ਬੱਚੇ, ਨਸ਼ਿਆਂ ਤੇ ਪਾਤੇ, ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਜੇ ਬੱਚੇ ਕੱਲ ਨੂੰ ਪੜ ਜਾਓਗੇ ਤੇ ਇਹ ਲੋਕਤੰਤਰ ਨੂੰ ਸਮਝ ਜਾਣਗੇ, ਲੋਕਤੰਤਰ ਆ ਜਾਊਗਾ ਤੇ ਸਾਡੇ ਕਰਪਟ ਲੀਡਰਾਂ ਤੇ ਨੂੰ ਰਾਜ ਕਰਨਾ ਮੁਸ਼ਕਿਲ ਹੋ ਜਾਏਗਾ। ਇਸੇ ਕਰਕੇ ਨਾ ਇਹ ਚਾਹੁੰਦੇ ਆ ਕਿ ਇੱਥੇ ਐਜੂਕੇਸ਼ਨ ਹੋਵੇ, ਇਹ ਚਾਹੁੰਦੇ ਆ ਕਿ ਇਹਨਾਂ ਨੂੰ ਅਸੀਂ ਇੰਨੇ ਗਰੀਬ ਕਰ ਲਈਏ, ਮੰਗਤੇ ਬਣਾ ਲਈਏ, ਤਾਂ ਕਿ ਕੱਲ ਨੂੰ ਅਸੀਂ ਇਹਨਾਂ ਨੂੰ ਗੁਲਾਮ ਸਿਸਟਮ ਜਿਹੜਾ ਇਹ ਗੁਲਾਮੀ ਵੀ ਤੋਂ ਵੀ ਪਰੇ ਹੈਗਾ ਵਾ। ਇਹ ਮੰਗਤੇ ਬਣਾਉਣਾ ਚਾਹੁੰਦੇ ਆ ਕਿ ਕੱਲ ਨੂੰ ਇਹਨਾਂ ਕਣਕ ਚਾਵਲ ਤੇ ਸ਼ਰਾਬ ਦੀ ਬੋਤਲ ਦੇਣ ਜਾਵਾਂਗੇ, ਅਸੀਂ ਆਸਾਨ ਕਰਕੇ ਆਵਾਂਗੇ, ਆਸਾਨ ਕਰਾਂਗੇ ਤੇ ਸਾਨੂੰ ਵੋਟ ਮਿਲ ਜਾਏਗੀ। ਇਹ ਕੁਦਰਤ ਕੋਲੋਂ ਨਹੀਂ ਡਰਦੇ ਹੈਗੇ, ਇਹ ਕੁਦਰਤ ਦੀ ਮਾਰ ਤੋਂ ਬਿਲਕੁਲ ਨਹੀਂ ਡਰਦੇ। ਇਹਨਾਂ ਨੂੰ ਨਹੀਂ ਪਤਾ ਕਿ ਇੱਕ ਸੁਪਰੀਮ ਪਾਵਰ ਹੈਗੀ ਆ, ਕੱਲ ਨੂੰ ਉਹ ਕੰਮ ਕਰੇਗੀ, ਉਹ ਬਗਾਵਤ ਲਿਆਏਗੀ ਲੋਕਾਂ ਦੇ ਵਿੱਚ, ਲੋਕਾਂ 'ਚ ਜਾਗਰੂਕਤਾ ਲਿਆਏਗੀ। ਅੱਜ ਕਿਸਾਨ ਵੀਰ ਜਾਗਰੂਕ ਹੋਇਆ ਵਾ, ਐਦਾਂ ਹੀ ਕੱਲ ਨੂੰ ਸਾਡੀ ਯੰਗ ਜਨਰੇਸ਼ਨ ਵੀ ਜਾਗਰੂਕ ਹੋਏਗੀ। ਲੇਕਿਨ ਉਹਦੀ ਜਾਗਰੂਕਤਾ ਨੂੰ ਮਾਰਨ ਲਈ ਇਹਨਾਂ ਨੇ ਨਸ਼ਿਆਂ ਦੇ ਭੰਡਾਰ ਲਿਆਤੇ ਆ। ਦੇਖੋ ਹਰ ਥਾਣੇ ਵਿੱਚ, ਹਰ ਚੌਂਕੀ ਦੇ ਵਿੱਚ ਮੈਂ 28 ਸਾਲ ਆਫੀਸਰ ਰਹੀ ਹੈਗੀ ਆ। ਹਰ ਬੰਦੇ ਦਾ ਰਿਕਾਰਡ ਹੁੰਦਾ ਵੀ ਕੌਣ ਕੀ ਕਰ ਰਿਹਾ, ਕਿੱਥੇ ਕੀ ਹੋ ਰਿਹਾ। ਇੱਕ 19 ਨੰਬਰ ਰਜਿਸਟਰ ਬਣਿਆ ਹੁੰਦਾ ਜਿਹਦੇ 'ਚ ਐਂਟਰੀਆਂ ਹੋਈਆਂ ਹੁੰਦੀਆਂ, ਚੋਰ ਕੌਣ ਹੈ, ਨਸ਼ਾ ਕੌਣ ਵੇਚਦਾ, ਸਭ ਕੁਝ ਪਤਾ ਹੋਣ ਤੋਂ ਬਾਅਦ ਵੀ ਕਿਸੇ ਤੇ ਉਸ ਬੰਦੇ ਤੇ ਐਕਸ਼ਨ ਨਹੀਂ ਲਿੱਤਾ ਜਾਂਦਾ, ਕਿਉਂਕਿ ਉਹ ਕਰਪਟ ਲੀਡਰਾਂ ਦੇ ਗੁੰਡੇ ਹੁੰਦੇ ਆ। ਉਹਨਾਂ ਦੇ ਥਰੂ ਇਹ ਨਸ਼ੇ ਕਰਕੇ ਪੈਸਾ ਕਮਾਉਂਦੇ ਹੈਗੇ ਆ ਔਰ ਦੁਨੀਆ ਨੂੰ ਬਰਬਾਦ ਕਰਦੇ ਹੈਗੇ ਆ, ਤਾਂ ਕਿ ਉਸ ਬਰਬਾਦੀ ਦੇ ਵਿੱਚ ਬਾਅਦ 'ਚ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਂਦੇ ਆ, ਸਤਿ ਸ੍ਰੀ ਅਕਾਲ ਬੋਲਦੇ ਆ, ਲੋ ਜੀ ਅਸੀਂ ਤਾਂ ਤੁਹਾਡੇ ਵਾਸਤੇ ਆਏ ਆ। ਇਹ ਨਹੀਂ ਪਤਾ ਕਿ ਲੋਕਾਂ ਨੂੰ ਇਹ ਜੜ੍ਹਾਂ ਤੋਂ ਬਰਬਾਦ ਕਰ ਰਿਹਾ, ਲੋਕਾਂ ਦੀ ਜੜ੍ਹਾਂ 'ਚ ਮਿੱਟੀ ਦਾ ਤੇਲ ਪਾ ਰਹੀ ਹੈ। ਜਿਸ ਜਗ੍ਹਾ ਤੇ ਖਾਂਦੇ ਨੇ, ਰਹਿੰਦੇ ਨੇ, ਉਸੇ ਨੂੰ ਹੀ ਬਰਬਾਦ ਕੀਤਾ ਜਾਂਦਾ। ਉਹਦਾ ਪਾਣੀ ਖਰਾਬ ਕਰਤਾ, ਉਹਦੀ ਹਵਾ ਖਰਾਬ ਕਰ ਦਿੱਤੀ ਔਰ ਉਹਦੀ ਮਿੱਟੀ। ਜਦੋਂ ਅਸੀਂ ਕਹਿੰਦੇ ਆ ਕਿ ਕਿਸਾਨਾਂ ਨੂੰ ਪਹਿਲਾਂ ਇੱਕ ਸਰਵੇ ਕਰਨ ਦੇ ਲਈ ਹੀ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਕਿ ਤੁਸੀਂ ਆਪਣੀ ਖੇਤੀ ਕਰੋ, ਜਿਸ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ਸੀਗਾ। ਉਹਦੇ ਨਾਲ ਨਾਲ ਜਦੋਂ ਅਸੀਂ ਹੁਣ ਗੱਲ ਕਰਦੇ ਆ, ਹੁਣ ਲਗਭਗ 50 ਕਿਲੋਮੀਟਰ ਦਾ ਏਰੀਆ ਜਿਹੜਾ ਆ ਬਾਰਡਰ ਦੇ ਨਾਲ ਵਾਲਾ, ਉਹ BSF ਨੂੰ ਦੇ ਦਿੱਤਾ ਗਿਆ ਹੈ। ਕੀ ਲੱਗਦਾ ਹੈ ਕਿ ਪੰਜਾਬ ਪੁਲਿਸ ਜਾਂ ਬਾਕੀ ਹੋਰ ਸਟੇਟਾਂ ਦੀ, ਅਸਾਮ ਦੇ ਵਿੱਚ ਵੀ ਪੁਲਿਸ ਹੈ, ਕਿ ਉਹਨਾਂ ਦੇ ਉੱਪਰ ਯਕੀਨ ਨਹੀਂ ਰਹਿ ਗਿਆ ਗ੍ਰਹਿ ਮੰਤਰੀ ਜੀ ਨੂੰ, ਜਿਹੜਾ ਇੰਨਾ ਵੱਡਾ ਐਕਸ਼ਨ ਲੈ? ਨਾ, ਇਹਦਾ ਸਿਰਫ ਇੱਕੋ ਕਾਰਨ ਹੈ। ਦੇਖੋ ਏਰੀਆ ਵਧਾ ਕੇ ਇਹਨਾਂ ਨੇ ਅੱਧਾ ਪੰਜਾਬ ਆਪਣੇ ਕਾਬੂ 'ਚ ਕਰ ਲਿੱਤਾ ਹੈਗਾ। ਫੋਰਸ ਤਾਂ ਇਹਨਾਂ ਕੋਲ ਉਹੀ ਹੈਗੀ ਆ, ਉਲਟਾ ਇਸ ਫੋਰਸ 'ਚੋਂ ਚੱਕ ਕੇ ਇਹਨਾਂ ਨੇ ਜੇਲ੍ਹ ਸੁਪਰੀਡੈਂਡੈਂਟ ਲਾਏ ਹੈਗੇ ਨੇ। ਦੇਖੋ ਉਹੀ ਫੋਰਸ ਇਹ ਵਧਾਉਂਦੇ, ਬਾਰਡਰ ਏਰੀਆ ਦੇ ਵਿੱਚ ਇਹ ਚਾਹੁੰਦੇ, ਸਿਕਿਉਰਿਟੀ ਚਾਹੁੰਦੇ ਆ, ਉਹਨੂੰ ਹੋਰ ਟਾਈਟ ਕਰਦੇ, ਰਾਦਰ ਏਰੀਆ ਘਟਾਉਂਦੇ। ਏਰੀਆ ਦੇਖੋ ਏਰੀਆ ਟਾਈਟ ਹੁੰਦਾ ਉਹਨਾਂ ਦਾ, ਇਹਦਾ ਅਰੇਂਜ ਦੇ ਵਿੱਚ ਤੇ ਜਿਹੜੀ ਸੀਗੀ ਸਰਵੇਲੈਂਸ ਉਹ ਜ਼ਿਆਦਾ ਵੱਧਦੀ, ਮੈਨੇਜਮੈਂਟ ਅੱਛੀ ਮੈਨੇਜਮੈਂਟ ਹੁੰਦੀ। ਹੁਣ ਇਹਨਾਂ ਨੇ ਮੈਨੇਜਮੈਂਟ ਨਹੀਂ ਕੀਤੀ, ਇਹਨਾਂ ਦਾ ਮਕਸਦ ਹੈ ਅੱਧਾ ਏਰੀਆ ਹੋਰ ਵਧਾਤਾ। ਇਹਨਾਂ ਨੂੰ ਲੱਗੂਗਾ ਕਿ ਜਿਹੜਾ ਬੰਦਾ ਪੋਲੀਟੀਕਲ ਖਿਲਾਫ ਜਾਂ ਇਹਨਾਂ ਦੇ ਖਿਲਾਫ ਬੋਲਣ ਵਾਲਾ ਲੀਡਰ ਹੈਗਾ ਵਾ, ਚਾਹੇ ਉਹ ਕਿਸਾਨੀ ਲੀਡਰ ਹੈ, ਚਾਹੇ ਉਹ ਪੋਲੀਟੀਕਲ ਲੀਡਰ ਹੈਗਾ, ਜਦੋਂ ਦਿਲ ਕਰਨਗੇ ਉਹਨੂੰ ਸ਼ੱਕ ਦੀ ਬਣਾ ਤੇ ਚੱਕ ਲੈਣਗੇ। ਜਿਹੜਾ ਕੇਸ ਦਿਲ ਕਰਨਗੇ ਉਹ ਕੇਸ ਉਹਦੇ ਤੇ ਪਾ ਦੇਣਗੇ, ਕਿਉਂਕਿ ਇਹ ਇੱਕ ਜ਼ਰੀਆ ਵਾ ਅੱਧੇ ਪੰਜਾਬ ਦੇ ਵਿੱਚੋਂ ਅੱਧੇ ਲੋਕਾਂ ਨੂੰ ਚੱਕਣ ਲਈ, ਤਾਂ ਕਿ ਇਹਨਾਂ ਦੀ ਡਿਕਟੇਟਰਸ਼ਿਪ ਹੋਰ ਸਟਰੋਂਗ ਹੋ ਜਾਵੇ। ਭਾਸ਼ਾ ਦੀ ਗੱਲ ਕਰਦੇ ਆ, ਹਰ ਖੇਤਰ ਦੀ ਆਪਣੀ ਆਪਣੀ ਇੱਕ ਭਾਸ਼ਾ ਹੈ, ਹਰ ਸਟੇਟ ਦੀ ਭਾਸ਼ਾ ਹੈ, ਕਿਉਂਕਿ ਭਾਰਤ ਜਿਹੜਾ ਬਣਿਆ ਹੋਇਆ ਹੈ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦਾ ਸੁਮੇਲ ਹੈ। ਉਹਦੇ ਵਿੱਚ ਉਹਨੂੰ ਇੱਕ ਖਾਸ ਦਰਜਾ ਹਾਸਲ ਹੈ। ਪੰਜਾਬ ਦੀ ਭਾਸ਼ਾ ਨੂੰ ਵੀ ਖਾਸ ਦਰਜਾ ਹਾਸਲ ਸੀ, ਪਰ CBSE ਬੋਰਡ ਕੋਲ ਕੀ ਇੰਨੀ ਪਾਵਰ ਹੈਗੀ ਹੈ ਕਿ ਉਹ ਸਟੇਟ ਦੇ ਵਿੱਚ ਸਿੱਧਾ ਐਂਟਰ ਹੋ ਕੇ ਕਹਿ ਸਕੇ ਕਿ ਤੁਹਾਡੀ ਖੇਤਰੀ ਭਾਸ਼ਾ ਨੂੰ ਹੀ ਚੋਣਵੇਂ ਵਿਸ਼ਿਆਂ ਦੇ ਵਿੱਚ ਰੱਖ ਦਿੱਤਾ ਜਾਊਗਾ, ਤੁਸੀਂ ਇਹਨੂੰ ਮੁੱਖ ਵਿਸ਼ਿਆਂ ਦੇ ਵਿੱਚ ਨਹੀਂ ਰੱਖ ਸਕਦੇ? ਦੇਖੋ ਇਹ ਚੀਜ਼ਾਂ ਦਰਸਾਉਂਦੀਆਂ ਨੇ। ਦੇਖੋ ਇਹ एग्जाम्पल है कि दिस इज नॉट डेमोक्रेसी, दिस इज डिक्टेटरशिप। देखो CBSE जब तक कानून नहीं पास होंदा, कानून कौन पास करता? साडे करप्ट लीडर ही पास करते बैठ के। अगर एक करप्ट लीडर खुद चाहते हैं कि असी पंजाबी उड़ा दिए विचों, क्योंकि ये पंजाब के हित च नहीं काम करना चाहते। देखो CBSE को इंडिविजुअल कोई पावर नहीं हैगी है,
ਸਾਰੀਆਂ ਪਾਵਰ ਜਦੋਂ ਲੋਕ ਸਭਾ 'ਚ ਕਾਨੂੰਨ ਪਾਸ ਹੁੰਦਾ ਉਦੋਂ ਹੀ ਚੱਲਦੀਆਂ ਹੈਗੀਆਂ। ਇਹਦਾ ਮਤਲਬ ਇਹ ਕਾਨੂੰਨ ਪਾਸ ਕਰਾਉਣ ਵਾਲੇ ਕੌਣ ਹੈ? ਇਹ ਕਰਪਟ ਲੀਡਰ ਹੈ। ਇਹ ਹਰ ਪਾਸੇ ਆਪਣੀ ਡਿਕਟੇਟਰਸ਼ਿਪ ਚਾਹੁੰਦੇ ਹੈਗੇ ਨੇ। ਦੇਖੋ ਹਰ ਜਿਸ ਮਰਜ਼ੀ ਸਟੇਟ 'ਚ ਚਲੇ ਜਾਓ ਉਹਦੀ ਬੇਸਿਕ ਭਾਸ਼ਾ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਬੰਗਾਲ 'ਚ ਚਲੇ ਜਾਓ ਬੰਗਾਲੀ ਨੂੰ ਦਿੱਤੀ ਜਾਂਦੀ ਹੈ, ਹਰਿਆਣੇ 'ਚ ਦੇ ਦਿਓ ਚਲੇ ਜਾਓ ਹਰਿਆਣਵੀ ਨੂੰ ਦਿੱਤੀ ਜਾਂਦੀ ਹੈ, ਪੰਜਾਬ 'ਚ ਪੰਜਾਬੀ ਨੂੰ ਦਿੱਤੀ ਜਾਂਦੀ ਹੈ। ਤੇ CBSE ਕਿੱਦਾਂ ਕਹਿ ਸਕਦੀ ਹੈ ਕਿ ਜੀ ਇਹਨੂੰ ਪਰਟੀਕੂਲਰ ਵਿਸ਼ਾ ਕਰ ਦਿਓ ਜੀ। ਇਸ ਕਰਕੇ ਇਹ ਸਾਡੇ ਕਰਪਟ ਲੀਡਰਾਂ ਦੇ, ਇਹ ਸਾਡੇ ਮਾੜੇ ਲੀਡਰਾਂ ਦੇ ਸੁਝਾਅ ਹੈ ਜਿਹੜੀ ਸਾਨੂੰ ਪੰਜਾਬ ਵਾਸੀਆਂ ਨੂੰ ਇੱਥੇ ਪਹੁੰਚਾ ਰਹੇ ਹੈ। ਬਿਲਕੁਲ ਮੈਡਮ, ਮੈਂ ਤੁਹਾਡੇ ਬਾਰੇ ਵੀ ਜਾਣਨਾ ਚਾਹਾਂਗੀ 2 ਘੰਟੇ ਦੇ ਅੰਦਰ ਅੰਦਰ ਜਿਵੇਂ ਕਿ ਤੁਹਾਨੂੰ ਤੁਹਾਡੀ ਸੀਟ ਤੋਂ ਜੱਜ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਕੀ ਲੋਕਤੰਤਰ 'ਚ ਇਹ ਪੋਸੀਬਲ ਸੀਗਾ? ਦੇਖੋ ਮੈਨੂੰ ਤਾਂ ਨਾ ਕੋਈ ਇਨਕੁਆਰੀ ਵਿਦਨ 2 ਆਵਰਸ ਵਿਦਆਊਟ ਇਨਕੁਆਰੀ, ਜਦ ਕਿ ਪ੍ਰਸਕ੍ਰਾਈਬਡ ਲਾਅ ਆ ਕਿ ਇਨਕੁਆਰੀ ਕਰਨੀ ਹੈਗੀ ਹੈ, ਬਿਨਾਂ ਇਨਕੁਆਰੀ। ਕਿਉਂਕਿ ਜਦੋਂ ਮੈਂ ਸੋਲਿਡ ਕਦਮ ਚੱਕੇ ਉਹ ਵੀ ਲੋਕਾਂ ਦੇ ਹਿੱਤਾਂ ਦੇ ਵਿੱਚ, ਲੋਕਾਂ ਦੇ ਹਿੱਤਾਂ ਵਿੱਚ ਮੈਂ ਸੋਲਿਡ ਕਦਮ ਚੱਕੇ। ਇੱਕ ਬੰਦੇ ਨੂੰ ਪਤਾ ਕਿ ਮੈਡਮ ਨੇ ਡੇਂਗੂ ਨੂੰ ਕੰਟਰੋਲ ਕਰਨ ਲਈ ਸੜਕਾਂ ਦੇ ਉੱਤੇ ਜਾ ਕੇ ਕੂੜੇ ਚੁਕਾਏ, ਨਾਲੀਆਂ ਨੂੰ ਕਵਰ ਕਰਾਇਆ ਤਾਂ ਕਿ ਨਾ ਮੱਛਰ ਹੋਵੇ। ਅੱਜ ਵੀ ਡੇਂਗੂ ਕਿੰਨਾ ਫੈਲਿਆ, 17 ਚ ਤਾਂ ਉਸ ਤੋਂ ਵੀ ਬੁਰਾ ਹਾਲ ਸੀਗਾ। ਲੇਕਿਨ ਉਹਦਾ ਨਤੀਜਾ ਕੀ? ਕਿਉਂਕਿ ਮੈਂ ਬ੍ਰਹਮ ਮਹਿੰਦਰਾ ਤੇ ਫਾਈਨ ਕੀਤਾ, ਠੀਕ ਹੈ, ਮੈਂ ਸਿੱਧੂ ਨੂੰ ਫਾਈਨ ਕੀਤਾ, ਬ੍ਰਹਮ ਮਹਿੰਦਰਾ ਨੂੰ ਫਾਈਨ ਕੀਤਾ, ਠੀਕ ਹੈ। ਫਿਰ ਜਿਹੜੇ ਇਹ ਟੋਲ ਪਲਾਜ਼ਾ ਸੀ ਜਿਹਨੂੰ ਮੈਂ ਬੰਦ ਕੀਤਾ, ਇਹ ਟੋਲ ਪਲਾਜ਼ਾ ਇਨਡਾਇਰੈਕਟਲੀ ਸੋਨੀਆ ਗਾਂਧੀ ਨਾਲ ਰਿਲੇਟਡ ਸੀਗਾ, ਕਾਂਗਰਸ ਨਾਲ, ਕਿਉਂਕਿ ਉਹਦੇ ਜਵਾਈ ਦਾ ਹਿੱਸਾ ਸੀ ਇਹਦੇ ਵਿੱਚ। ਜਦੋਂ ਮੈਂ ਇਦਾਂ ਦੇ ਡਿਸੀਜਨ ਲਿੱਤੇ, ਇਹ ਪੋਲੀਟੀਕਲ ਲੀਡਰਸ ਨੇ ਇੰਟਰਫੀਅਰ ਕਰਕੇ ਵਿਦਨ 2 ਆਵਰਸ ਮੈਨੂੰ ਹਾਈ ਕੋਰਟ ਕੋਲੋਂ ਪੋਸਟ ਤੋਂ ਰਿਮੂਵ ਕਰਵਾ ਦਿੱਤਾ ਹੈਗਾ। ਕੁਐਸਚਨ ਹੈ ਲੋਕਤੰਤਰਤਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਅੱਜ ਤੱਕ ਮੇਰੀ ਕੋਈ ਸੁਣਾਈ ਨਹੀਂ ਹੋਈ। ਯਾਨੀ ਕਿ ਪੋਲੀਟੀਕਲ ਭਾਰਤ ਦੇ ਵਿੱਚ ਪੋਲੀਟੀਕਲ ਪ੍ਰਭਾਵ ਜ਼ਿਆਦਾ ਆ, ਜਿਹੜਾ ਲੋਕਤੰਤਰ ਹੈ, ਜਿਹੜਾ ਸੰਵਿਧਾਨ ਹੈ, ਉਹਦੀ ਕੋਈ ਵੈਲਿਊ ਨਹੀਂ ਰਹਿ ਚੁੱਕੀ। ਸੰਵਿਧਾਨ ਕੀ ਕਰੇਗਾ? ਹਰ ਜਗ੍ਹਾ ਤੇ ਇੱਕੋ ਚੀਜ਼ ਹੈ ਕਿ ਪੋਲੀਟੀਕਲ ਲੀਡਰ ਇੰਨੇ ਸਟਰੋਂਗ ਹੈ, ਇਹ ਚਾਹਣਗੇ ਜਿਹੜੇ ਮਰਜ਼ੀ, ਚਾਹੇ ਉਹ ਆਫੀਸਰ ਹੈ, ਅੱਜ ਇਸ ਸਟੇਟ 'ਚੋਂ ਚੱਕ ਕੇ ਉਹਨੂੰ ਦੂਜੀ ਸਟੇਟ 'ਚ ਤੋੜ ਦੇਣਗੇ। ਹਰ ਬੰਦੇ ਨੂੰ ਲੱਗਦਾ ਮੈਂ ਆਪਣੀ ਸਟੇਟ 'ਚ ਸੁੱਖ ਸ਼ਾਂਤੀ ਦੀ ਰੋਟੀ ਖਾ ਰਿਹਾ, ਮੈਂ ਖਾ ਲਵਾਂ। ਇਸ ਕਰਕੇ ਹੁਣ ਉਹ ਮਜਬੂਰਨ ਉਹਨਾਂ ਨੂੰ ਇਹਨਾਂ ਦੀਆਂ ਅੱਜ ਨਵਜੋਤ ਸਿੰਘ ਸਿੱਧੂ ਬੇਅਦਬੀ ਮੁੱਦੇ ਦੀ ਗੱਲ ਕਰਦੇ ਨੇ, BSF ਦੇ ਖਿਲਾਫ ਗੱਲ ਕਰਦੇ ਨੇ, ਕਿ ਕਿਸਾਨ ਅੰਦੋਲਨ ਦੇ ਹੱਕ 'ਚ ਗੱਲ ਕਰਦੇ ਨੇ। ਅੱਜ ਬਹੁਤ ਸਾਰੇ ਮੁੱਦੇ ਨੇ, ਜੇ ਪਾਣੀ ਦੀ ਗੱਲ ਕਰਦੇ ਆ, ਬਿਜਲੀ ਦੀ ਗੱਲ ਕਰਦੇ ਆ, ਬਿਜਲੀ ਦੇ ਰੇਟ ਘਟਾਉਣ ਦੀ ਗੱਲ ਕਰਦੇ ਨੇ। ਅੱਜ ਨਵਜੋਤ ਸਿੰਘ ਸਿੱਧੂ ਕਿਵੇਂ ਕਹਿ ਰਹੇ ਨੇ ਜੇ ਉਦੋਂ ਡੇਂਗੂ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਹੋਰ ਮਾਮਲੇ ਜਦੋਂ ਫਾਈਨ ਲੱਗਦਾ ਆ, ਸਿਰਫ 20,000 ਰੁਪਏ ਫਾਈਨ ਲੱਗਿਆ ਸੀ ਮੈਨੂੰ ਲੱਗਦਾ, ਔਰ ਉਸ ਫਾਈਨ ਤੋਂ ਹੀ ਘਬਰਾ ਕੇ ਇੱਕ ਜੱਜ ਨੂੰ ਕਰਵਾ ਦਿੰਦੇ ਨੇ ਜਾਂ ਉਹਨਾਂ ਦੀ ਅਹੁਦੇ ਤੋਂ ਹਟਾ ਦਿੰਦੇ ਨੇ। ਤੇ ਅੱਜ ਕਿਸ ਹਿਸਾਬ ਨਾਲ ਕਹਿ ਰਹੇ ਨੇ ਕਿ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰਦਾ? ਦੇਖੋ ਜੀ, ਸਿੱਧੂ ਸਾਹਿਬ ਵੀ ਟਪੂਸੀਆਂ ਮਾਰ ਰਹੇ ਨੇ ਵੋਟਾਂ ਲੈਣ ਲਈ। ਉਹ ਆਪਣੀ ਪਾਰਟੀ ਦੀ ਨਹੀਂ ਪਰਵਾਹ ਕਰ ਰਹੇ ਹੈਗੇ। ਕਦੀ ਤਾਂ ਚੰਨੀ ਜੀ ਨਾਲ ਫੋਟੋਆਂ ਖਿਚਾਉਂਦੇ ਆ ਤੇ ਕਦੀ ਚੰਨੀ ਜੀ ਦੀ ਠਾਹ ਵਜਾਉਂਦੇ ਪਏ ਆ। ਬਾਕੀ ਤੁਸੀਂ ਇਹਨਾਂ ਲੀਡਰਾਂ ਤੇ ਕਿੱਦਾਂ ਵਿਸ਼ਵਾਸ ਕਰੋਗੇ? ਇੱਕ ਟਾਈਮ ਸੀ, ਸਰਕਾਰ ਤਾਂ ਕਾਂਗਰਸ ਦੀ ਹੈ, ਚਾਹੇ ਕੈਪਟਨ ਸੀ ਚਾਹੇ ਚੰਨੀ ਸੀ, ਦਾਗੀ ਲੀਡਰ ਨੂੰ ਰੇਤ ਮਾਫੀਆ 'ਚ ਇਹਨਾਂ ਨੇ 2 ਮਹੀਨੇ 'ਚ ਘਰ ਬਿਠਾਤਾ, ਰਾਣਾ ਗੁਰਜੀਤ ਸਿੰਘ ਨੂੰ ਨਾ। ਹੁਣ ਉਹ ਦਾਗੀ ਲੀਡਰ ਬਿਨਾਂ ਇਨਕੁਆਰੀ ਤੋਂ ਅੱਜ ਕਲੀਅਰ ਹੋ ਗਿਆ, ਉਹਨੂੰ ਦੁਬਾਰਾ ਕੈਬਨਿਟ ਮਿਨਿਸਟਰ ਲਾ ਦਿੱਤਾ ਹੈਗਾ। ਕੁਐਸਚਨ ਹੈ, ਟੈਚੀ ਘੁੰਮਦੇ ਆ। ਰਾਣਾ ਜੀ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਹੋਇਆ, ਉਹ ਟੈਚੀ ਉੱਪਰ ਚੰਨੀ ਜੀ ਦੀਆਂ ਵੀ ਅੱਖਾਂ ਬੰਦ, ਸੋਨੀਆ ਜੀ ਦੀਆਂ ਵੀ ਅੱਖਾਂ ਬੰਦ, ਨਾਲ ਹੀ ਕੈਬਨਿਟ ਮਿਨਿਸਟਰ ਨਾ। ਜਿਹੜੇ ਕੈਬਨਿਟ ਮਿਨਿਸਟਰ ਨੂੰ ਅਸੀਂ ਕੱਢਦੇ ਪਏ ਆ ਵੀ ਇਹ ਦਾਗੀ ਮਿਨਿਸਟਰ ਹੈ, ਇਹਨੇ ਰੇਤ ਮਾਫੀਆ ਦਾ ਕੰਮ ਕੀਤਾ ਇੰਨਾ ਜ਼ਿਆਦਾ, ਅੱਜ ਤੱਕ ਉਹਨਾਂ ਦੀ ਕੋਈ ਇਨਕੁਆਰੀ ਉਹਨਾਂ ਦੇ ਫੇਵਰ 'ਚ ਨਹੀਂ ਆਈ। ਅਸੀਂ ਕਿੱਦਾਂ ਉਹਨੂੰ ਦੁਬਾਰਾ ਦੇ ਰਹੇ ਹੈਗੇ ਆ? ਦੇਖੋ ਇਹਨਾਂ ਲੋਕਾਂ ਦਾ ਕੋਈ ਇਤਬਾਰ ਨਹੀਂ ਹੈਗਾ। ਇਹ ਸਿਰਫ ਪੈਸੇ ਦੀ ਗੇਮ ਨਾਲ ਖੇਲਦੇ ਨੇ, ਕੁਰਸੀਆਂ ਲੈਣੀਆਂ, ਪੈਸਾ ਇਕੱਠਾ ਕਰਨਾ। ਜਨਤਾ ਨਾਲ ਇਹਨਾਂ ਦਾ ਕੋਈ ਪਿਆਰ ਨਹੀਂ, ਜਨਤਾ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਜਨਤਾ ਜੀਵੇ ਜਨਤਾ ਮਰੇ। ਜੇ ਇਹਨਾਂ ਨੂੰ ਲੈਣਾ ਦੇਣਾ ਹੁੰਦਾ, ਅੱਜ 700 ਤੋਂ ਜ਼ਿਆਦਾ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਆ। ਇਹ ਵੀ ਜਾ ਕੇ ਨਾਲ ਧਰਨਿਆਂ 'ਚ ਬਹਿ ਜਾਂਦੇ ਕੀ ਇਹ ਬਹਿ ਨਹੀਂ ਸਕਦੇ ਸੀਗੇ? ਇਹ ਕਿਹੜਾ ਉੱਥੇ ਬੈਠੇ ਸਵੇਰੇ ਕਣਕ ਬੀਜਦੇ ਪਏ ਕੋਠਿਆਂ ਤੇ, ਜਿਹੜੀ ਕਿਸੇ ਨੇ ਕੱਟਣੀ ਨਹੀਂ ਹੈਗੀ। ਵੋਟਾਂ ਲੈਣ ਲਈ ਤਾਂ ਸਵੇਰੇ 3 ਵਜੇ ਨੱਠਦੇ ਕਾਰਾਂ ਗੱਡੀਆਂ ਚੱਕ ਕੇ। ਇਹ ਵੀ 10 ਦਿਨ ਧਰਨਾ ਲਾ ਦਿੰਦੇ। ਕਿੱਦਾਂ ਨਾ ਮੋਦੀ ਕੈਂਸਲ ਕਰਦਾ? ਕੁਐਸਚਨ ਹੈ, ਵੋਟਾਂ ਲੈਣ ਲਈ ਅਸੀਂ ਕਿਸਾਨਾਂ ਨਾਲ ਖੜੇ ਆ, ਜਦੋਂ ਵੋਟਾਂ ਦਾ ਟਾਈਮ ਖਤਮ ਹੋ ਜਾਣਾ ਫਿਰ ਅਸੀਂ ਆਪਣੀਆਂ ਆਰਾਮ ਵਾਲੀਆਂ ਕੁਰਸੀਆਂ ਤੇ ਐ ਝੂਟੇ ਲੈਣੇ ਹੈਗੇ ਆ। ਇਸ ਕਰਕੇ ਹੈ ਨਾ, ਸਾਨੂੰ ਜਾਗਰਤ ਹੋਣਾ ਚਾਹੀਦਾ। ਅਸੀਂ ਉਹ ਲੀਡਰ ਚੁਣੀਏ ਜਿਹੜਾ ਸਾਡੇ ਲਈ ਕੰਮ ਕਰੇ। ਅੱਜ ਅਸੀਂ ਕਰਪਟ ਲੀਡਰਾਂ ਦਾ ਹੀ ਨਤੀਜਾ ਭੁਗਤ ਰਹੇ ਹਾਂ ਕਿ ਸਾਡੇ ਬੱਚੇ ਨਸ਼ੇੜੀ ਹੋ ਗਏ ਨੇ, ਕਿਸਾਨ ਵੀ ਸ਼ਹੀਦ ਹੋਈ ਜਾ ਰਹੇ ਹੈਗੇ ਨੇ। ਜੇ ਅੱਜ ਵੀ ਲੋਕੀ ਜਾਗਰਤ ਨਹੀਂ ਹੋਣਗੇ,
ਅੱਜ ਵੀ ਆਪਣੇ ਹੱਕਾਂ ਲਈ ਨਹੀਂ ਲੜਨਗੇ ਫਿਰ ਸਮੇਂ ਇਦਾਂ ਆਊਗਾ। ਅੱਜ ਤਾਂ ਬਰਬਾਦ ਹੈ, ਫਿਰ ਮਹਾ ਬਰਬਾਦੀ 'ਚ ਜਾਵਾਂਗੇ ਔਰ ਇਹ ਮਹਾਮਾਰੀ ਦਾ ਨਾਂ ਲੈ ਲੂਗੀ। ਅਗਰ ਕਿਸਾਨ ਵੀਰ ਬਰਬਾਦ ਹੋ ਗਿਆ ਤੇ ਅਸੀਂ ਭੁੱਖੇ ਮਰਾਂਗੇ। ਕਾਰਨ ਕੀ ਹੈ ਕਿ ਕੋਈ ਬੰਦਾ ਆਪਣੇ ਕੋਠੇ ਤੇ ਕਣਕ ਨਹੀਂ ਬੀਜ ਕੇ ਅੰਨ ਖਾ ਸਕਦਾ ਜੀ। ਅਖੀਰ ਰਾਤ ਨੂੰ ਕੋਈ ਢਿੱਡ ਭੁੱਖਾ ਨਹੀਂ ਸੌਂਦਾ, ਦਾਲ ਚਾਵਲ ਆਟੇ ਦੀ ਲੋੜ ਪੈਣੀ ਹੈ। ਇਸ ਕਰਕੇ ਮੈਂ ਹਰ ਵਰਗ ਨੂੰ ਅਪੀਲ ਕਰਾਂਗੀ ਕਿ ਇਹ ਕਿਸਾਨ ਵੀਰ ਦਾ ਯੁੱਧ ਨਹੀਂ ਹੈਗਾ, ਇਹ ਸਾਡੇ ਸਭ ਦਾ ਯੁੱਧ ਹੈਗਾ ਵਾ। ਨਹੀਂ ਲੜਾਂਗੇ ਤੇ ਕੱਲ ਨੂੰ ਮੁਗਲਾਂ ਦੀ ਤਰ੍ਹਾਂ ਇਹ ਕਰਪਟ ਲੀਡਰਾਂ ਦੇ ਥੱਲੇ ਇਹ ਸਾਨੂੰ ਐਦਾਂ ਚੱਕੀ ਦੀ ਦਾਲ ਪੀਸਣਗੇ। ਸੋ ਲੋਕਤੰਤਰ ਦੀ ਗੱਲ ਕੀਤੀ, ਕਾਨੂੰਨ ਦੀ ਗੱਲ ਕੀਤੀ ਹੈ, ਕਿੰਨਾ ਕੁ ਭਾਰਤ ਦੇ ਵਿੱਚ ਲਾਗੂ ਰਹਿ ਗਿਆ ਆ। ਡਿਕਟੇਟਰਸ਼ਿਪ ਜਿਹੜੀ ਆ ਉਹ ਹੋ ਚੁੱਕੀ ਹੈ, ਲੋਕਤੰਤਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਬਹੁਤ ਸਾਰੀਆਂ ਘਟਨਾਵਾਂ ਅਸੀਂ ਦੇਖੀਆਂ, ਲਖੀਮਪੁਰ ਖੀਰੀ ਦੀ ਘਟਨਾ ਦੇਖੀ ਹੈ, ਹਰਿਆਣਾ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ ਦਿਨ ਬ ਦਿਨ, ਕਿਉਂਕਿ ਕਿਸਾਨ ਜਿਹੜੇ ਉਹ ਵਿਰੋਧ ਕਰਦੇ ਨੇ। ਵਿਰੋਧ ਦੇ ਬਾਵਜੂਦ ਕੀ ਹੁੰਦਾ ਹੈ ਕਿ ਸਰਕਾਰਾਂ ਉਹਨਾਂ ਦੇ ਖਿਲਾਫ ਹੀ ਜਿਹੜਾ ਐਕਸ਼ਨ ਲੈ ਲੈਂਦੀਆਂ ਨੇ, ਕਿਸਾਨਾਂ ਨੂੰ ਹੀ ਜਿਹੜਾ ਆ ਉਹ ਦਰੜਿਆ ਜਾਂਦਾ ਹੈ। ਇਹ ਸਿਰਫ ਕਿਸਾਨਾਂ ਦੀ ਗੱਲ ਨਹੀਂ ਆ, ਹੋਰ ਵੀ ਬੜੇ ਮਾਮਲਿਆਂ ਦੇ ਵਿੱਚ, ਮੈਡਮ ਦੇ ਮਾਮਲੇ ਵਿੱਚ ਜਿਵੇਂ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਸੰਵਿਧਾਨ ਕੰਮ ਕਰਦਾ ਹੈ, ਪਰੰਤੂ ਸੰਵਿਧਾਨ ਆਪਣੀ ਜਗ੍ਹਾ ਬਿਲਕੁਲ ਸਹੀ ਹੁੰਦਾ ਹੈ, ਉਸ ਨੂੰ ਵਰਤਿਆ ਕਿਵੇਂ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਜਿਹੜੇ ਹੱਕ ਨੇ ਉਹ ਦੱਬੇ ਜਾ ਰਹੇ ਨੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾ ਪਰਸਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।